Hello guys, let's do quick revision of articles of Indian Constitution. So first of all ਆਪਾਂ ਇਹਦੇ ਕੁਝ ਬੇਸਿਕਸ ਵੇਖ ਲੈਂਦੇ ਹਾਂ, ਜਿਵੇਂ ਕਿ ਇਹਦੇ ਕੁਝ ਕੰਪੋਨੈਂਟਸ ਹੁੰਦੇ ਨੇ, ਜਿਹੜੇ ਕਿ ਪਾਰਟਸ ਹੁੰਦੇ ਨੇ, ਆਰਟੀਕਲਸ ਹੁੰਦੇ ਨੇ, ਸ਼ੈਡਿਊਲਸ ਹੁੰਦੇ ਨੇ। ਜਿਹੜੇ ਪਾਰਟਸ ਸੀਗੇ ਸਾਡੇ ਕੋਲੇ ਉਹ ਸੀਗੇ ਜਦੋਂ ਕੌਂਸਟੀਟਿਊਸ਼ਨ ਇੰਪਲੀਮੈਂਟ ਹੋਇਆ ਸੀਗਾ 26 ਜਨਵਰੀ 1950 ਦੇ ਵਿੱਚ, ਉਦੋਂ ਸੀਗੇ ਸਾਡੇ ਕੋਲੇ ਪਾਰਟ ਸੀਗੇ 22, ਬਟ ਐਟ ਪ੍ਰੈਜ਼ੈਂਟ ਸਾਡੇ ਕੋਲੇ 22 ਪਾਰਟਸ ਨੇ ਪਲੱਸ 3 ਸਬ ਪਾਰਟਸ ਨੇ ਉਹਦੇ, ਜੋ ਕਿ ਬਾਏ ਅਮੈਂਡਮੈਂਟ ਐਡ ਹੋਏ ਨੇ। ਉਸ ਤੋਂ ਬਾਅਦ ਆਰਟੀਕਲ ਸਾਡੇ ਕੋਲੇ ਉਸ ਟਾਈਮ 'ਤੇ 395 ਸੀਗੇ ਅਤੇ ਐਟ ਪ੍ਰੈਜ਼ੈਂਟ ਸਾਡੇ ਕੋਲੇ 470 ਨੇ। ਉਹ ਸਭ ਇਨਕਲੂਡ ਕਰਕੇ ਜੋ ਬਾਏ ਅਮੈਂਡਮੈਂਟ ਐਡ ਹੋਏ ਨੇ। ਬਟ ਜੇ ਆਪਾਂ ਸੀਰੀਜ਼ ਵਾਈਜ਼ ਦੇਖੀਏ, ਸੀਰੀਅਲ ਨੰਬਰ ਵਾਈਜ਼ ਤਾਂ 395 ਹੀ ਨੇ, ਅਤੇ ਉਸੇ ਤਰ੍ਹਾਂ ਪਾਰਟਸ ਵੀ ਸਾਡੇ ਕੋਲੇ 22 ਹੀ ਨੇ ਸੀਰੀਅਲ ਨੰਬਰ ਅਕੋਰਡਿੰਗ। ਉਸ ਤੋਂ ਬਾਅਦ ਸ਼ੈਡਿਊਲ ਸਾਡੇ ਕੋਲੇ ਉਸ ਟਾਈਮ 'ਤੇ 8 ਸੀਗੇ, ਐਟ ਪ੍ਰੈਜ਼ੈਂਟ ਸਾਡੇ ਕੋਲੇ 12 ਨੇ। ਉਸ ਤੋਂ ਬਾਅਦ ਟੋਟਲ ਅਮੈਂਡਮੈਂਟਸ ਹੋਈਆਂ ਸੀਗੀਆਂ 106, ਜਿਹਦੇ ਕਰਕੇ ਹੀ ਇਹ ਸਾਰੇ ਚੇਂਜਸ ਹੋਏ ਆ। ਸੋ ਇਹ ਚੇਂਜਸ ਸਾਰੇ ਜਿਹੜੇ ਸਾਨੂੰ ਵੇਖਣ ਨੂੰ ਮਿਲੇ ਆ, ਉਹਦੇ ਲਈ ਟੋਟਲ 106 ਅਮੈਂਡਮੈਂਟਸ ਹੋਈਆਂ ਸੀਗੀਆਂ। ਸੋ ਆਪਾਂ ਪਾਰਟਸ ਆਪਾਂ ਪਿਛਲੀ ਵੀਡੀਓ 'ਚ ਰਿਵਾਈਜ਼ ਕਰ ਲਏ ਸੀਗੇ, ਅਤੇ ਆਰਟੀਕਲਸ ਆਪਾਂ ਨੈਕਸਟ ਕਰਦੇ ਹਾਂ, ਅਤੇ ਸ਼ੈਡਿਊਲਸ ਵੇਖ। ਸ਼ੈਡਿਊਲਸ ਆਫ ਇੰਡੀਅਨ ਕੌਂਸਟੀਟਿਊਸ਼ਨ ਐਟ ਪ੍ਰੈਜ਼ੈਂਟ ਸਾਡੇ ਕੋਲ ਨੇ 12। ਸੋ ਸ਼ੈਡਿਊਲ ਨੰਬਰ 1 ਡੀਲ ਕਰਦਾ ਹੈ ਲਿਸਟ ਆਫ ਸਟੇਟਸ ਐਂਡ ਯੂਟੀਜ਼ ਨਾਲ। ਸ਼ੈਡਿਊਲ ਨੰਬਰ 2 ਡੀਲ ਕਰਦਾ ਹੈ ਸੈਲਰੀਜ਼ ਐਂਡ ਅਲਾਉੈਂਸ ਨਾਲ। ਸ਼ੈਡਿਊਲ ਨੰਬਰ 3 ਡੀਲ ਕਰਦਾ ਆ ਓਥਸ ਨਾਲ, ਜਿਵੇਂ ਕਿ ਪ੍ਰੈਜ਼ੀਡੈਂਟ ਜਾਂ ਕੋਈ ਵੀ ਮਿਨਿਸਟਰ ਜਿਹੜੇ ਓਥਸ ਲੈਂਦੇ ਆ ਉਹਦੇ ਇਸ ਸ਼ੈਡਿਊਲ ਦੇ ਅੰਡਰ ਹੀ ਆਉਂਦੇ ਆ ਸਾਰੇ ਆਰਟੀਕਲਸ। ਉਸ ਤੋਂ ਬਾਅਦ ਆ ਗਿਆ ਸ਼ੈਡਿਊਲ ਨੰਬਰ 4 ਹੈ ਜਿਹੜਾ, ਉਹ ਸਾਡਾ ਹੈ ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। ਉਸ ਤੋਂ ਬਾਅਦ ਸ਼ੈਡਿਊਲ ਨੰਬਰ 5 ਹੈ ਜਿਹੜਾ, ਉਹ ਡੀਲ ਕਰਦਾ ਹੈ ਐਡਮਿਨਿਸਟ੍ਰੇਸ਼ਨ ਆਫ ਸ਼ੈਡਿਊਲਡ ਏਰੀਆ ਐਂਡ ਟਰਾਈਬਸ। ਉਸ ਤੋਂ ਬਾਅਦ ਸ਼ੈਡਿਊਲ ਨੰਬਰ 6 ਡੀਲ ਕਰਦਾ ਸਾਡਾ ਐਡਮਿਨਿਸਟ੍ਰੇਸ਼ਨ ਆਫ ਟਰਾਈਬਲ ਏਰੀਆਜ਼, ਜਿਵੇਂ ਕਿ ਉਹ ਸਪੈਸ਼ਲ ਸਾਡੀਆਂ 4 ਸਟੇਟਸ ਨੇ, ਜਿਹੜੀਆਂ ਕਿ ਦੇਖ ਲੈਂਦੇ ਹਾਂ ਸਾਡੀਆਂ ਨੌਰਥ ਈਸਟ ਦੀਆਂ 4 ਸਟੇਟਸ ਨੇ, MATM ਟ੍ਰਿਕਿਆ, ਮਾਤਮ, ਮਿਜ਼ੋਰਮ, ਅਸਮ, ਤ੍ਰਿਪੁਰਾ, ਮੇਘਾਲਿਆ। ਸੋ ਨੈਕਸਟ ਸ਼ੈਡਿਊਲ 7 ਜੋ ਕਿ ਡੀਲ ਕਰਦਾ ਹੈ ਡਿਸਟਰੀਬਿਊਸ਼ਨ ਆਫ ਪਾਵਰ ਬਿਟਵੀਨ ਸੈਂਟਰ ਐਂਡ ਸਟੇਟਸ। ਸੋ ਨੈਕਸਟ ਹੈ ਸ਼ੈਡਿਊਲ ਨੰਬਰ 8 ਜੋ ਕਿ ਡੀਲ ਕਰਦਾ ਲੈਂਗੁਏਜਸ ਨਾਲ, ਜੋ ਕਿ ਸਾਡੀਆਂ ਓਫੀਸ਼ੀਅਲ ਲੈਂਗੁਏਜਸ ਨੇ। ਓਰੀਜਨਲੀ ਜਦੋਂ ਇੰਪਲੀਮੈਂਟ ਹੋਇਆ ਸੀਗਾ 1950 ਵਿੱਚ, ਉਸ ਟਾਈਮ 'ਤੇ ਸਾਡੇ ਕੋਲ 14 ਲੈਂਗੁਏਜਸ ਸੀਗੀਆਂ ਜਿਹੜੀਆਂ ਕੌਂਸਟੀਟਿਊਸ਼ਨ ਦੇ ਵਿੱਚ ਐਡ ਸੀਗੀਆਂ। ਆਫਟਰ ਅਮੈਂਡਮੈਂਟ ਪ੍ਰੈਜ਼ੈਂਟਲੀ ਸਾਡੇ ਕੋਲ 22 ਲੈਂਗੁਏਜਸ ਨੇ। ਸੋ 21st ਅਮੈਂਡਮੈਂਟ ਦੇ ਵਿੱਚ ਸਾਡੀ 15th ਲੈਂਗੁਏਜ ਐਡ ਹੋਈ ਸੀਗੀ ਇਨ 1967 ਦੇ ਵਿੱਚ, ਜੋ ਕਿ ਸਿੰਧੀ ਲੈਂਗੁਏਜ। ਸੋ ਉਸ ਤੋਂ ਬਾਅਦ 71st ਅਮੈਂਡਮੈਂਟ ਹੋਈ ਸੀਗੀ, ਜਿੱਥੇ ਸਾਡੀ 16th 17th 18th ਲੈਂਗੁਏਜ ਐਡ ਹੋਈ ਸੀਗੀਆਂ। ਉਹ ਹੋਈਆਂ ਸੀਗੀਆਂ 1992 ਦੇ ਵਿੱਚ। ਉਹਨੂੰ ਆਪਾਂ ਟ੍ਰਿਕ ਦੇ ਅਕੋਰਡਿੰਗ ਯਾਦ ਰੱਖਾਂਗੇ, ਨਮਕ, ਨੇਪਾਲੀ, ਮਨੀਪੁਰੀ, ਕੋਂਕਣੀ। ਉਸ ਤੋਂ ਬਾਅਦ 92nd ਅਮੈਂਡਮੈਂਟ ਹੋਈ ਸੀਗੀ, ਜਿਹਦੇ ਅੰਦਰ ਸਾਡੀਆਂ 19th 20th 21st ਅਤੇ 22nd ਲੈਂਗੁਏਜ ਐਡ ਹੋਈਆਂ ਸੀਗੀਆਂ 2003 ਦੇ ਵਿੱਚ। 4 ਆਪਸ਼ਨ ਪਾ ਦਿੰਦੇ ਆ, ਅਤੇ ਉਹਦੇ ਵਿੱਚੋਂ ਚਾਰੇ ਆਪਸ਼ਨ ਪਾ ਕੇ ਇੱਕ ਗਲਤ ਪਾ ਕੇ ਉਹ ਪੁੱਛ ਲੈਂਦੇ ਆ ਕਿ 92nd ਅਮੈਂਡਮੈਂਟ ਦੇ ਵਿੱਚ ਕਿਹੜੀ ਐਡ ਨਹੀਂ ਸੀ ਹੋਈ ਇਹਦੇ ਵਿੱਚੋਂ। ਇਸ ਤਰ੍ਹਾਂ ਉਹ ਕੁਐਸਚਨ ਆਸਕ ਕਰ ਲੈਂਦੇ ਆ। ਸੋ ਇਹਨੂੰ ਆਪਾਂ ਯਾਦ ਰੱਖਾਂਗੇ DBMS ਨਾਲ, ਟ੍ਰਿਕ ਨਾਲ, ਡੋਗਰੀ, ਬੋਡੋ, ਮੈਥਲੀ ਅਤੇ ਸੈਂਥਲੀ। ਸੋ ਨੈਕਸਟ ਸਾਡੇ ਕੋਲ 22 ਓਫੀਸ਼ੀਅਲ ਲੈਂਗੁਏਜਸ ਆਰ ਅਸਮੀਜ਼, ਬੰਗਾਲੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਣੀ, ਮਲਿਆਲਮ, ਮਨੀਪੁਰੀ, ਮਰਾਠੀ, ਨੇਪਾਲੀ, ਓਡੀਆ, ਪੰਜਾਬੀ, ਸੰਸਕ੍ਰਿਤ, ਸਿੰਧੀ, ਤਮਿਲ, ਤੇਲਗੂ, ਉਰਦੂ, ਬੋਡੋ, ਸੈਂਥਲੀ, ਮੈਥਲੀ, ਡੋਗਰੀ। ਸੋ ਨੈਕਸਟ ਸ਼ੈਡਿਊਲ ਨੰਬਰ 9 ਸਾਡਾ ਡੀਲ ਕਰਦਾ ਹੈ ਲੈਂਡ ਰਿਫੋਰਮਸ ਨਾਲ, ਜੋ ਕਿ ਫਸਟ ਅਮੈਂਡਮੈਂਟ 1951 ਦੇ ਵਿੱਚ ਐਡ ਹੋਇਆ ਸੀਗਾ, ਜੋ ਕਿ ਜ਼ਿਮੀਂਦਾਰਾ ਸਿਸਟਮ ਨੂੰ ਅਬੋਲਿਸ਼ ਕਰਦਾ ਹੈ। ਯੂ ਗਾਈਸ ਨੋ ਕਿ ਜ਼ਿਮੀਂਦਾਰਾ ਸਿਸਟਮ ਕੀ ਹੁੰਦਾ ਹੈ। ਇਹ ਜ਼ਿਮੀਂਦਾਰਾ ਸਿਸਟਮ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਐਸਟੈਬਲਿਸ਼ ਕੀਤਾ ਗਿਆ ਸੀਗਾ, ਅਤੇ ਰੈਵਨਿਊ ਲਿਆ ਜਾਂਦਾ ਸੀਗਾ ਜਿਹੜੇ ਲੈਂਡਲੋਰਡਸ ਹੁੰਦੇ ਸੀਗੇ ਉਹਨਾਂ ਕੋਲੋਂ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ। ਸੋ ਸ਼ੈਡਿਊਲ ਨੰਬਰ 10 ਐਂਟੀ ਡਿਫੈਕਸ਼ਨ ਲਾਅ, ਜੋ ਕਿ 52nd ਅਮੈਂਡਮੈਂਟ ਨਾਲ ਐਡ ਹੋਇਆ ਸੀਗਾ 1985 ਦੇ ਵਿੱਚ, ਅਤੇ ਇਹ ਡਿਊਰਿੰਗ ਦਾ ਗਵਰਨਮੈਂਟ ਆਫ ਰਾਜੀਵ ਗਾਂਧੀ। ਅਤੇ ਐਂਟੀ ਡਿਫੈਕਸ਼ਨ ਲਾਅ ਸਿਸਟਮ ਉਹ ਹੁੰਦਾ ਸੀਗਾ ਕਿ ਜਿਵੇਂ ਤੁਸੀਂ ਪਾਰਟੀ ਚੇਂਜ ਕਰਨੀ ਆ, ਇਸ ਪਾਰਟੀ ਤੋਂ ਉਸ ਪਾਰਟੀ 'ਤੇ ਜਾਣਾ ਆ, ਉਹ ਸਭ ਕੁਝ ਇਹਦੇ। ਰੂਲ 11 ਪੰਚਾਇਤੀ ਰਾਜ ਬਾਏ 73rd ਅਮੈਂਡਮੈਂਟ 1992 ਦੇ ਵਿੱਚ ਐਡ ਹੋਇਆ ਸੀਗਾ। ਉਸ ਤੋਂ ਬਾਅਦ ਗਿਆ ਸ਼ੈਡਿਊਲ ਨੰਬਰ 12 ਜੋ ਕਿ ਮਿਊਨਸਿਪੈਲਿਟੀਜ਼ ਨਾਲ ਡੀਲ ਕਰਦਾ ਆ, ਉਹ ਬਾਏ 74th ਅਮੈਂਡਮੈਂਟ 1992 ਦੇ ਵਿੱਚ ਐਡ ਹੋਇਆ ਸੀਗਾ। ਸੋ ਨੈਕਸਟ ਆਪਾਂ ਆਰਟੀਕਲਸ ਵੇਖ ਲੈਂਦੇ ਹਾਂ, ਕਿਉਂਕਿ ਆਪਾਂ ਇਸ ਤੋਂ ਪਹਿਲੇ ਇੱਕ ਸੈਸ਼ਨ ਸੀਗਾ ਉਹਦੇ ਵਿੱਚ ਆਪਾਂ ਪਾਰਟਸ ਰਿਵਾਈਜ਼ ਕਰ ਲਏ ਸੀਗੇ। ਸੋ ਆਪਾਂ ਇਸ ਤੋਂ ਪਹਿਲੇ ਸ਼ੈਡਿਊਲਸ ਵੀ ਵੇਖ ਲਏ ਆ, ਅਤੇ ਹੁਣ ਆਪਾਂ ਆਰਟੀਕਲਸ ਵੇਖ ਲੈਂਦੇ ਹਾਂ। ਪਾਰਟ ਨੰਬਰ ਫਸਟ ਵਿੱਚ ਹੈ ਯੂਨੀਅਨ ਐਂਡ ਇਟਸ ਟੈਰੀਟਰੀ।
ਸੋ ਇਹਦੇ ਅੰਦਰ 4 ਆਰਟੀਕਲਸ ਆਉਂਦੇ ਨੇ, ਆਰਟੀਕਲ 1 ਤੋਂ ਲੈ ਕੇ 4 ਤੱਕ। ਸੋ ਫਸਟ ਆਰਟੀਕਲ ਡੀਲ ਕਰਦਾ ਹੈ ਇੰਡੀਆ ਦੈਟ ਇਜ਼ ਭਾਰਤ, ਯੂਨੀਅਨ ਆਫ ਸਟੇਟਸ, ਨੇਮ ਐਂਡ ਟੈਰੀਟਰੀ ਆਫ ਯੂਨੀਅਨ। ਸੋ ਡਾਇਰੈਕਟਲੀ ਕੁਐਸਚਨ ਇੱਦਾਂ ਹੁੰਦਾ ਹੈ ਕਿ ਐਵੇਂ ਆ ਲਾਈਨ ਪਾਈ ਹੋਏਗੀ ਤਾਂ ਪੁੱਛੇਗੇ ਕਿ ਇਹ ਕਿਹੜੇ ਆਰਟੀਕਲ ਦੇ ਅੰਡਰ ਹੈ। ਆਰਟੀਕਲ ਨੰਬਰ 1। ਸੋ ਆਰਟੀਕਲ 2 ਹੈ ਐਡਮਿਸ਼ਨ ਐਂਡ ਐਸਟੈਬਲਿਸ਼ਮੈਂਟ ਆਫ ਨਿਊ ਸਟੇਟ, ਜੋ ਕਿ ਐਕਸਟਰਨਲ ਚੇਂਜਸ ਹੁੰਦੇ ਨੇ ਉਹ ਸਾਰੇ ਇਸ ਆਰਟੀਕਲ ਦੇ ਅੰਡਰ ਹੁੰਦੇ ਨੇ। ਜਿਵੇਂ ਕਿ 36 ਅਮੈਂਡਮੈਂਟ ਜੋ ਹੋਈ ਸੀ 1975, ਉਹਦੇ ਅਕੋਰਡਿੰਗ ਸਿੱਕਿਮ ਨੂੰ ਐਡ ਕੀਤਾ ਗਿਆ ਸੀ ਐਜ਼ ਇੰਡੀਆ ਦੀ 22nd ਸਟੇਟ। ਸੋ ਥਰਡ ਆਰਟੀਕਲ ਹੈ ਫਾਰਮੇਸ਼ਨ ਆਫ ਨਿਊ ਸਟੇਟਸ ਐਂਡ ਅਲਟਰਨੇਸ਼ਨ ਆਫ ਏਰੀਆਜ਼ ਬਾਊਂਡਰੀਜ਼ ਐਂਡ ਦ ਐਗਜ਼ਿਸਟਿੰਗ ਸਟੇਟਸ, ਜੋ ਕਿ ਇੰਟਰਨਲ ਚੇਂਜਸ ਦੀ ਪੋਸੀਬਿਲਿਟੀ ਨੂੰ ਦੱਸਦਾ ਆ। ਜਿਵੇਂ ਕਿ ਪੰਜਾਬ ਅਤੇ ਹਰਿਆਣਾ ਦੀ ਸੈਪਰੇਸ਼ਨ ਹੋਈ ਸੀ 1966 ਦੇ ਵਿੱਚ, ਉਹ ਚੀਜ਼ ਇਸ ਆਰਟੀਕਲ ਦੇ ਅੰਡਰ ਹੋਈ ਸੀਗੀ। ਉਸ ਤੋਂ ਬਾਅਦ ਆਰਟੀਕਲ ਨੰਬਰ 4। ਆਰਟੀਕਲ ਨੰਬਰ 4 ਦੇ ਵਿੱਚ ਦੱਸਿਆ ਹੋਇਆ ਕਿ ਜੋ ਵੀ ਕੰਡੀਸ਼ਨਸ ਨੇ ਆਰਟੀਕਲ ਨੰਬਰ 2 ਦੀਆਂ ਅਤੇ 3 ਦੀਆਂ, ਉਹ ਸਾਰੀਆਂ ਆਰਟੀਕਲ ਨੰਬਰ 4 ਦੇ ਵਿੱਚ ਨੇ। ਸੋ ਪਾਰਟ ਨੰਬਰ 2 ਵਿੱਚ ਇਹ ਹੈ ਸਿਟੀਜ਼ਨਸ਼ਿਪ, ਜੋ ਕਿ ਆਰਟੀਕਲ 5 ਤੋਂ ਲੈ ਕੇ 11 ਤੱਕ ਆ। ਆਰਟੀਕਲ ਨੰਬਰ 5 ਡੀਲ ਕਰਦਾ ਹੈ ਸਿਟੀਜ਼ਨਸ਼ਿਪ ਐਟ ਦ ਕਮੈਂਸਮੈਂਟ ਆਫ ਦ ਕੌਂਸਟੀਟਿਊਸ਼ਨ। ਮਤਲਬ ਕਿ ਜਿਵੇਂ ਵੀ ਤੁਸੀਂ 26 ਜਨਵਰੀ 1950 ਤੋਂ ਪਹਿਲਾਂ 5 ਸਾਲ ਇੱਥੋਂ ਦੇ ਡੋਮਿਸਾਈਲ ਹੋਣੇ ਚਾਹੀਦੇ ਹੋ, ਇੱਥੋਂ ਦੇ ਸਿਟੀਜ਼ਨ ਹੋਣੇ ਚਾਹੀਦੇ ਹੋ। ਸੋ ਆਰਟੀਕਲ ਨੰਬਰ 6 ਡੀਲ ਕਰਦਾ ਹੈ ਰਾਈਟ ਆਫ ਸਿਟੀਜ਼ਨਸ਼ਿਪ ਆਫ ਸਰਟਨ ਪਰਸਨ ਹੂ ਹੈਜ਼ ਮਾਈਗ੍ਰੇਟਡ ਟੂ ਇੰਡੀਆ ਫਰੋਮ ਪਾਕਿਸਤਾਨ, ਜੋ ਵੀ ਪਾਕਿਸਤਾਨ ਤੋਂ ਇੰਡੀਆ ਆਏ ਦੇ ਨੇ ਬਿਫੋਰ 19 ਜੁਲਾਈ 1948, ਉਹਨਾਂ ਨੂੰ ਵੀ ਇਹਦੀ ਸਿਟੀਜ਼ਨਸ਼ਿਪ ਮਿਲ ਜਾਏਗੀ। ਉਸ ਤੋਂ ਬਾਅਦ ਆਰਟੀਕਲ ਨੰਬਰ 9 ਡੀਲ ਕਰਦਾ ਆ ਇਫ ਐਨੀ ਪਰਸਨ acquire citizenship by any other country then citizenship of Indian will be terminated। ਮਤਲਬ ਕਿ ਇਹਦੇ ਵਿੱਚ ਆਰਟੀਕਲ ਨੰਬਰ 9 ਦੱਸਦਾ ਆ ਕਿ ਸਾਡੀ ਸਿੰਗਲ ਸਿਟੀਜ਼ਨਸ਼ਿਪ ਹੈ। ਮਤਲਬ ਕਿ ਅਗਰ ਤੁਸੀਂ ਕੋਈ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਨੂੰ ਅਕਵਾਇਰ ਕਰਦੇ ਹੋ ਅਤੇ ਟਰਮੀਨੇਟ ਹੋ ਜਾਏਗੀ ਇੰਡੀਆ ਦੀ ਸਿਟੀਜ਼ਨਸ਼ਿਪ ਆਪਣੇ ਆਪ ਹੀ। ਉਸ ਤੋਂ ਬਾਅਦ ਆ ਜਾਏਗਾ ਆਰਟੀਕਲ 10 ਦੇ ਵਿੱਚ ਦੱਸਿਆ ਹੋਇਆ ਹੈ ਕੰਟੀਨਿਊਸ ਆਫ ਰਾਈਟਸ ਆਫ ਸਿਟੀਜ਼ਨਸ਼ਿਪ ਅੰਟਿਲ ਨਿਊ ਲਾਅ ਨੋਟ ਐਸਟੈਬਲਿਸ਼। ਉਸ ਤੋਂ ਬਾਅਦ ਆ ਗਿਆ ਆਰਟੀਕਲ ਨੰਬਰ 11, ਜਿਹਦੇ ਵਿੱਚ ਦੱਸਿਆ ਹੋਇਆ ਕਿ ਪਾਰਲੀਮੈਂਟ to regulate the right of citizenship by law। ਉਸ ਤੋਂ ਬਾਅਦ ਆ ਗਿਆ ਸਿਟੀਜ਼ਨਸ਼ਿਪ ਐਕਟ ਕਦੋਂ ਆਇਆ ਸੀਗਾ 1955। 5 ਮੋਡਸ ਨੇ ਕਿ ਆਪਾਂ ਸਿਟੀਜ਼ਨਸ਼ਿਪ ਨੂੰ ਕਿਵੇਂ ਅਕਵਾਇਰ ਕਰ ਸਕਦੇ ਹਾਂ, ਬਾਏ ਬਰਥ, ਬਾਏ ਡਿਸੈਂਟ, ਬਾਏ ਇਨਕੋਰਪੋਰੇਸ਼ਨ, ਬਾਏ ਰਜਿਸਟ੍ਰੇਸ਼ਨ, ਬਾਏ naturalization। So these are 5 ways to acquire the citizenship। ਤੋਂ ਸਾਡੇ ਕੋਲ ਐਵੇਂ ਵੀ ਕੁਐਸਚਨ ਆਸਕ ਹੁੰਦਾ ਕਿ ਕਿੰਨੇ ਤਰੀਕੇ ਨਾਲ ਸਾਨੂੰ ਸਿਟੀਜ਼ਨਸ਼ਿਪ ਮਿਲ ਸਕਦੀ ਆ, ਉਹ 5 ਤਰੀਕੇ ਨੇ। ਅਤੇ ਕਿੰਨੇ ਤਰੀਕੇ ਨਾਲ ਸਾਡੀ ਸਿਟੀਜ਼ਨਸ਼ਿਪ ਜਾ ਸਕਦੀ ਆ, ਕਿਵੇਂ ਜਾ ਸਕਦੀ ਆ, ਉਹ 3 ਤਰੀਕੇ ਨਾਲ ਹੋਏਗਾ। ਉਹ 3 ਤਰੀਕੇ ਕਿਹੜੇ ਨੇ? ਵੋਲੰਟ ਰੈਨੋਵੇਸ਼ਨ, ਵੋਲੰਟਰੀ ਰੈਨੋਵੇਸ਼ਨ। ਉਸ ਤੋਂ ਬਾਅਦ ਆ ਗਿਆ ਗਵਰਨਮੈਂਟ ਆਫ ਇੰਡੀਆ ਕੈਨ ਡਿਪਰਾਈਵ ਅ ਸਿਟੀਜ਼ਨ of their right, termination, India does not allow dual citizenship। ਸੋ ਡਿਊਅਲ ਸਿਟੀਜ਼ਨਸ਼ਿਪ ਨਹੀਂ ਹੈਗੀ। ਜਦੋਂ ਤੁਸੀਂ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਨੂੰ ਅਕਵਾਇਰ ਕਰੋਗੇ ਤਾਂ ਇੰਡੀਆ ਦੀ ਆਪਣੇ ਆਪ ਹੀ ਟਰਮੀਨੇਟ ਹੋ ਜਾਏਗੀ। ਸੋ ਪਾਰਟ ਨੰਬਰ 3 ਵਿੱਚ ਆ ਸਾਡੇ ਫੰਡਾਮੈਂਟਲ ਰਾਈਟਸ, ਜੋ ਕਿ ਮੋਸਟ ਇੰਪੋਰਟੈਂਟ ਪਾਰਟ ਆ। ਸੋ ਇਹਦੇ ਵਿੱਚ ਸਾਡੇ ਨੇ ਆਰਟੀਕਲ 12 ਤੋਂ ਲੈ ਕੇ ਆਰਟੀਕਲ 35 ਤੱਕ, ਅਤੇ ਇਹਨੂੰ ਆਪਾਂ ਮੈਗਨਾ ਕਾਰਟਾ ਆਫ ਇੰਡੀਅਨ ਕੌਂਸਟੀਟਿਊਸ਼ਨ ਵੀ ਕਹਿੰਦੇ ਹਾਂ ਫੰਡਾਮੈਂਟਲ ਰਾਈਟਸ ਨੂੰ। ਸੋ ਆਰਟੀਕਲ ਨੰਬਰ 10 ਡੈਫੀਨੇਸ਼ਨ ਆਫ ਦ ਸਟੇਟਸ। ਆਰਟੀਕਲ ਨੰਬਰ 13 ਡੀਲ ਕਰਦਾ ਰੂਲਸ ਆਫ ਲਾਅ। ਉਸ ਤੋਂ ਬਾਅਦ ਆ ਗਿਆ ਸੋ ਐਟ ਪ੍ਰੈਜ਼ੈਂਟ ਸਾਡੇ ਕੋਲ 6 ਫੰਡਾਮੈਂਟਲ ਰਾਈਟਸ ਨੇ। ਉਸ ਤੋਂ ਪਹਿਲੇ ਸਾਡੇ ਕੋਲ ਸਟਾਰਟਿੰਗ ਵਿੱਚ 7 ਫੰਡਾਮੈਂਟਲ ਰਾਈਟਸ ਸੀਗੇ। ਇੱਕ ਫੰਡਾਮੈਂਟਲ ਰਾਈਟ ਸੀਗਾ ਜਿਹੜਾ ਸਾਡਾ 44th ਅਮੈਂਡਮੈਂਟ ਦੇ ਨਾਲ, ਜਿਹੜੀ 1978 ਦੇ ਵਿੱਚ ਹੋਈ ਸੀ, ਉਹਦੇ ਨਾਲ ਰਿਮੂਵਡ ਹੋ ਗਿਆ ਸੀਗਾ ਉਸ ਟਾਈਮ 'ਤੇ। ਪਰ ਸਾਡੇ ਕੋਲ ਪ੍ਰਾਈਮ ਮਿਨਿਸਟਰ ਸੀਗਾ ਮੋਰਾਰਜੀ ਦੇਸਾਈ। ਸੋ ਐਟ ਪ੍ਰੈਜ਼ੈਂਟ ਸਾਡੇ ਕੋਲ 6 ਨੇ। ਸਭ ਤੋਂ ਪਹਿਲਾਂ ਆ ਰਾਈਟ ਟੂ ਇਕੁਐਲਿਟੀ, ਜੋ ਕਿ ਆਰਟੀਕਲ 14 ਤੋਂ ਲੈ ਕੇ ਆਰਟੀਕਲ 18 ਤੱਕ ਹੈ। ਸੋ ਆਪਾਂ ਸਭ ਤੋਂ ਪਹਿਲੇ ਆਰਟੀਕਲ 14 ਦੇਖ ਲੈਂਦੇ ਹਾਂ। ਆਰਟੀਕਲ 14 ਆ ਇਕੁਐਲਿਟੀ ਬਿਫੋਰ ਲਾਅ। ਆਰਟੀਕਲ 15 ਆ ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ ਔਨ ਦ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਸੈਕਸ ਔਰ ਪਲੇਸ ਆਫ ਬਰਥ। ਸੋ ਆਰਟੀਕਲ 16 ਆ ਸਾਡਾ ਇਕੁਐਲਿਟੀ ਆਫ ਓਪਰਚੁਨਿਟੀ ਇਨ ਮੈਟਰਸ ਆਫ ਪਬਲਿਕ ਇੰਪਲੋਇਮੈਂਟ। ਆਰਟੀਕਲ ਨੰਬਰ 17 ਆ ਸਾਡਾ ਅਬੋਲਿਸ਼ਨ ਆਫ ਦ ਅਨਟਚੇਬਿਲਿਟੀ। ਆਰਟੀਕਲ ਨੰਬਰ 18 ਆ ਸਾਡਾ ਅਬੋਲਿਸ਼ਨ ਆਫ ਟਾਈਟਲਸ। ਸੋ ਉਸ ਤੋਂ ਬਾਅਦ ਰਾਈਟ ਆ ਸਾਡਾ ਰਾਈਟ ਟੂ ਫਰੀਡਮ, ਜੋ ਕਿ ਆਰਟੀਕਲ 19 ਤੋਂ ਲੈ ਕੇ ਆਰਟੀਕਲ 22 ਤੱਕ ਆ।
ਸੋ ਨੈਕਸਟ ਹੈ ਆਰਟੀਕਲ ਨੰਬਰ 19 ਜੋ ਸਾਨੂੰ ਗਰੰਟੀ ਦਿੰਦਾ ਆ ਸਾਡੇ 6 ਰਾਈਟਸ ਦੇ ਅਕੋਰਡਿੰਗ। ਸਭ ਤੋਂ ਪਹਿਲਾ ਰਾਈਟ ਆ ਗਿਆ ਰਾਈਟ ਟੂ ਫਰੀडम ऑफ स्पीच एंड एक्सप्रेशन, राइट टू assemble peacefully and without arms, right to form association and union, right to move freely throughout the territory of India, मतलब ਤੁਸੀਂ ਇੰਡੀਆ ਦੇ ਅੰਦਰ ਕਿਤੇ ਵੀ ਮੂਵ ਕਰ ਸਕਦੇ ਹੋ। ਰਾਈਟ ਟੂ reside and settle in any part of the territory of India, ਤੁਸੀਂ ਕਿਤੇ ਵੀ ਜਾ ਕੇ ਆਰਾਮ ਨਾਲ ਰਹਿ ਸਕਦੇ ਹੋ। right to practice any profession or to carry on any occupation, trade and business, ਤੁਸੀਂ ਕੋਈ ਵੀ ਬਿਜ਼ਨਸ ਕਰ ਸਕਦੇ ਹੋ ਆਪਣੀ ਮਰਜ਼ੀ ਨਾਲ, ਕੋਈ ਵੀ ਆਕੂਪੇਸ਼ਨ ਦਾ ਸਾਧਨ ਲੱਭ ਸਕਦੇ ਹੋ, ਇਹ ਸਭ ਤੁਹਾਡੀ ਆਪਣੀ ਮਰਜ਼ੀ ਹੋਏਗੀ। ਤੇ ਸੋ ਇਹ ਸਾਡੇ 6 ਰਾਈਟ ਸੀਗੇ ਜੋ ਆਰਟੀਕਲ ਨੰਬਰ 19 ਦੇ ਅੰਦਰ ਆਉਂਦੇ ਨੇ। ਆਰਟੀਕਲ ਨੰਬਰ 20, ਉਸ ਤੋਂ ਪਹਿਲਾਂ ਆਪਾਂ ਇਹ ਵੀ ਯਾਦ ਰੱਖ ਸਕਦੇ ਹਾਂ ਕਿ ਜਦੋਂ ਵੀ ਸਾਡੇ ਦੇਸ਼ ਵਿੱਚ ਐਮਰਜੈਂਸੀ ਲੱਗਦੀ ਆ ਉਸ ਤੋਂ ਸਭ ਤੋਂ ਪਹਿਲੇ ਸਾਡਾ ਆਰਟੀਕਲ 19 ਹੀ ਸਸਪੈਂਡ ਹੁੰਦਾ ਆ। ਅਤੇ ਉਸ ਤੋਂ ਬਾਅਦ ਆਪਾਂ ਇਹ ਵੀ ਯਾਦ ਰੱਖ ਸਕਦੇ ਹਾਂ ਕਿ ਅਕੋਰਡਿੰਗ ਟੂ ਸੁਪਰੀਮ ਕੋਰਟ ਰਾਈਟ ਟੂ ਇੰਟਰਨੈਟ ਆਲਸੋ ਅੰਡਰ ਆਰਟੀਕਲ 19। ਸੋ ਆਰਟੀਕਲ ਨੰਬਰ 20 ਜੋ ਕਿ ਸਾਡਾ ਐਕਸ ਫੈਕਟੋ ਲਾਅ ਆ। ਉਸ ਤੋਂ ਬਾਅਦ ਆ ਗਿਆ ਆਰਟੀਕਲ ਨੰਬਰ 20 ਜੋ ਰਾਈਟ ਟੂ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ ਹੈ। ਉਸ ਤੋਂ ਬਾਅਦ ਆਰਟੀਕਲ ਨੰਬਰ 21A ਜੋ ਕਿ ਸਾਡਾ ਰਾਈਟ ਟੂ ਐਜੂਕੇਸ਼ਨ ਆ। So 6th amendment in 2002, this fundamental right is added in articles, so implemented on 1st of April 2010. So article 22 sada protection against arrest and detention in certain cases. थर्ड फंडामेंटल राइट जो कि है राइट अगेंस्ट एक्सप्लेनेशन जिहदे अंडर आंदे आर्टिकल 23 एंड आर्टिकल 24। आर्टिकल 23 डील करता है प्रोविजन ऑफ ट्रैफिक इन ह्यूमन बीइंग आर फोर्स्ड लेबर। तो आर्टिकल नंबर 24 डील करता है प्रोविजन ऑफ एम्प्लॉयमेंट ऑफ चिल्ड्रन इन फैक्टरीज एंड माइनस अंडर एज ऑफ 14 जो कि आर्टिकल 25 तो लैके आर्टिकल 28 तक है। उस तो बाद आर्टिकल 25 है जोड़ा freedom of conscience and free profession, practice and propagation of religion. So article 26 deal करता है freedom to manage religious affairs. article 27 deal करता है freedom as to pay taxes for promotion of any particular religion. article 28 deal करता है freedom for attending religious instructions. सो उस तो बाद आ गया साडा 5th फंडामेंटल राइट जो कि है कल्चरल एंड एजुकेशनल राइट जो कि आर्टिकल 29 तो लैके आर्टिकल 30 तक है। आर्टिकल 29 च डील करता है प्रोटेक्शन ऑफ इंटरस्ट ऑफ माइनॉरिटीज़। उस तो बाद आ गया आर्टिकल 30 माइनॉरिटीज़ टू एस्टैबलिश एंड एडमिनिस्टर एजुकेशनल इंस्टीट्यूशन। उस तो बाद आ गया साडा 6th फंडामेंटल राइट जो कि है रेमेडीज़ फॉर एनफोर्समेंट ऑफ फंडामेंटल राइट्स जो कि है कॉन्स्टिट्यूशनल रैमेडी आ जो कि आर्टिकल 32 के अंडर आती है। उस तो बाद आ गया आर्टिकल 32 है जो कि है अंडर आर्टिकल 32 फ्रॉम सुप्रीम कोर्ट एंड आर्टिकल 226 फॉर हाई कोर्ट रिट्स कैन बी इशूड जो कि ते आर्टिकल 32 ਨੂੰ ही साडा हार्ट ऑफ इंडियन कॉन्स्टिट्यूशन भी कहा जाता है। DPSP जो कि डायरैक्टिव प्रिंसिपल्स ऑफ स्टेट पॉलिसी है, ਇਹਦੀ फुल फॉर्म भी डायरैक्टली आस्क हो जाती है पेपर 'ਚ। ਤੇ ਇਹਦੇ ਅੰਡਰ ਆਉਂਦੇ ਨੇ ਆਰਟੀਕਲ 36 ਤੋਂ ਲੈ ਕੇ ਆਰਟੀਕਲ 51 ਦੇ ਤੱਕ। ਉਸ ਤੋਂ ਬਾਅਦ ਆ ਗਿਆ DP ਹੈ ਜਿਹੜਾ ਉਹ ਅਡੋਪਟ ਹੋਇਆ ਸੀਗਾ ਆਇਰਲੈਂਡ ਤੋਂ, ਆਪਾਂ ਬਹੁਤ ਵਾਰ ਪਹਿਲੇ ਵੀ ਪੜ੍ਹ ਚੁੱਕੇ ਹਾਂ। ਐਂਡ ਆਇਰਲੈਂਡ ਅਡੋਪਟਡ ਫਰੋਮ ਸਪੇਨ, ਆਇਰਲੈਂਡ ਨੇ ਇਹਨੂੰ ਅੱਗੋਂ ਸਪੇਨ ਤੋਂ ਅਡੋਪਟ ਕੀਤਾ ਸੀਗਾ। ਤੇ ਇਹਨੂੰ ਆਪਾਂ ਨਾਰਮਲ ਫੀਚਰ ਆਫ ਇੰਡੀਅਨ ਕੌਂਸਟੀਟਿਊਸ਼ਨ ਵੀ ਕਹਿ ਸਕਦੇ ਹਾਂ। PSP ਇਹਦਾ ਕੀ ਸੀਗਾ ਮੋਟਿਵ ਸੀਗਾ ਵੈਲਫੇਅਰ ਆਫ ਸਿਟੀਜ਼ਨਸ। DPSP ਇਜ਼ ਨੋਨ ਜਸਟੀਫੇਬਲ ਬੋਡੀ। ਆਰਟੀਕਲਸ 36 to 51 ਇੰਪੋਰਟੈਂਟ ਆਰਟੀਕਲਸ, ਇਹਦੇ ਕੁਝ ਆਪਾਂ ਮੇਨ ਇੰਪੋਰਟੈਂਟ ਵੇਖ ਲੈਂਦੇ ਹਾਂ ਇਹਦੇ ਤੋਂ। ਉਸ ਤੋਂ ਬਾਅਦ ਆ ਗਿਆ ਆਰਟੀਕਲ 39A ਇਕੁਅਲ ਜਸਟਿਸ ਐਂਡ ਫ੍ਰੀ ਲੀਗਲ ਏਡ। ਆਰਟੀਕਲ 39D ਜੋ ਕਿ ਹੈ ਇਕੁਅਲ ਡੇ ਐਂਡ ਇਕੁਅਲ ਪੇ ਫॉर ਮੈਨ ਐਂਡ ਵੂਮਨ ਬੋਥ। ਇਹ ਵੀ ਕੁਐਸਚਨ ਆਸਕ ਹੁੰਦਾ ਹੈ ਕਿ ਇਕੁਅਲ ਡੇ ਐਂਡ ਇਕੁਅਲ ਪੇ ਫॉर ਮੈਨ ਐਂਡ ਵੂਮਨ ਬੋਥ ਉਹ ਸਾਡਾ ਆਰਟੀਕਲ 39D ਦੇ ਵਿੱਚ ਇਨਕਲੂਡ ਆ। ਆਰਟੀਕਲ 40 ਦੇ ਵਿੱਚ ਸਾਡੀ ਪੰਚਾਇਤ ਦਾ ਟੂ ਔਰਗਨ 40 ਦੇ ਵਿੱਚ ਆ। ਉਸ ਤੋਂ ਬਾਅਦ ਆ ਗਿਆ ਆਰਟੀਕਲ 41 ਰਾਈਟ ਟੂ ਵਰਕ, ਕੰਮ ਕਰਨ ਦਾ ਅਧਿਕਾਰ ਸਾਡਾ ਆਰਟੀਕਲ 41 ਦੇ ਵਿੱਚ ਆ। ਉਸ ਤੋਂ ਬਾਅਦ ਆ ਗਿਆ ਆਰਟੀਕਲ 43 ਜੋ ਕਿ ਹੈ 47 ਡੀਲ ਕਰਦੇ ਆ ਕਿ ਇੱਕ ਸਟੇਟ ਦੀ ਡਿਊਟੀ ਹੈ ਕਿ ਆਪਣੇ ਸਿਟੀਜ਼ਨਸ ਦੀ ਹੈਲਥ ਨੂੰ ਇੰਪਰੂਵ ਕਰਨਾ ਪਲੱਸ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ
ਇਹ ਸਭ 47th ਦੇ ਵਿੱਚ ਹੀ ਹੈ। ਉਸ ਤੋਂ ਬਾਅਦ ਆ ਗਿਆ ਆਰਟੀਕਲ 50 ਜੋ ਕਿ ਹੈ ਸੈਪਰੇਸ਼ਨ ਆਫ ਜੁਡੀਸ਼ਰੀ ਐਂਡ ਦਾ ਐਗਜ਼ੀਕਿਊਟਿਵ। ਸੋ ਆਰਟੀਕਲ 48 ਡੀਲ ਕਰਦਾ ਹੈ ਕਿ ਆਰਗੇਨਾਈਜ਼ ਕਰਨਾ ਐਨੀਮਲ ਹਸਬੈਂਡਰੀ ਨੂੰ ਅਤੇ ਐਗਰੀਕਲਚਰ ਨੂੰ। ਉਸ ਤੋਂ ਬਾਅਦ ਆ ਗਿਆ ਆਰਟੀਕਲ 51 ਕਿ ਪ੍ਰਮੋਟ ਕਰਨਾ ਇੰਟਰਨੈਸ਼ਨਲ ਪੀਸ। ਸੋ ਨੈਕਸਟ ਹੈ ਆਰਟੀਕਲ 44 ਜੋ ਕਿ ਹੈ ਯੂਨੀਫਾਰਮ ਸਿਵਲ ਕੋਡ। ਅਤੇ ਯੂਨੀਫਾਰਮ ਸਿਵਲ ਕੋਡ ਸਭ ਤੋਂ ਪਹਿਲਾਂ ਗੋਆ ਦੇ ਵਿੱਚ ਇੰਪਲੀਮੈਂਟ ਹੋਇਆ ਸੀਗਾ, ਮਤਲਬ ਕਿ ਗੋਆ ਪਹਿਲੀ ਸਟੇਟ ਸੀਗੀ ਜਿੱਥੇ ਆਰਟੀਕਲ 44 ਇੰਪਲੀਮੈਂਟ ਹੋਇਆ ਸੀਗਾ। ਸੋ 42 ਦੈਟ ਪ੍ਰੋਵਾਈਡਡ ਹਿਊਮਨ ਕੰਡੀਸ਼ਨ ਫॉर ਵਰਕਿੰਗ। ਉਸ ਤੋਂ ਬਾਅਦ ਆ ਗਿਆ 49 ਜੋ ਕਿ ਡੀਲ ਕਰਦਾ ਆ ਪ੍ਰੋਟੈਕਸ਼ਨ ਆਫ ਹਿਸਟੋਰੀਕਲ ਮੋਨੂਮੈਂਟਸ। ਉਸ ਤੋਂ ਬਾਅਦ ਆ ਗਿਆ ਆਰਟੀਕਲ 44 ਜੋ ਕਿ ਰਿਲੇਟ ਟੂ ਐਜੂਕੇਸ਼ਨਲ ਰਾਈਟ ਆ। ਉਸ ਤੋਂ ਬਾਅਦ ਆ ਗਿਆ ਪਾਰਟ 4A ਜੋ ਕਿ ਸਾਡੀਆਂ ਫੰਡਾਮੈਂਟਲ ਡਿਊਟੀਜ਼ ਨੂੰ ਸ਼ੋਅ ਕਰਦਾ ਆ। ਸੋ ਆਰਟੀਕਲ 51A ਅੰਡਰ 42nd ਅਮੈਂਡਮੈਂਟ ਜੋ ਕਿ 1976 ਦੇ ਵਿੱਚ ਹੋਈ ਸੀ, ਆਲਸੋ ਕੋਲਡ ਐਜ਼ ਦਾ ਮਿਨੀ ਕੌਂਸਟੀਟਿਊਸ਼ਨ ਆਫ ਇੰਡੀਆ। ਮਤਲਬ ਇਹਨੂੰ 42nd ਅਮੈਂਡਮੈਂਟ ਹੋਈ ਸੀਗੀ ਜਿਹੜੀ ਉਹਨੂੰ ਆਪਾਂ ਮਿਨੀ ਕੌਂਸਟੀਟਿਊਸ਼ਨ ਆਫ ਇੰਡੀਆ ਵੀ ਕਹਿੰਦੇ ਹਾਂ, ਜਿਹਨੂੰ ਕਿ ਆਪਾਂ ਅਡੋਪਟ ਕੀਤਾ ਸੀਗਾ ਰਸ਼ੀਆ ਤੋਂ, USSR ਤੋਂ। ਉਸ ਤੋਂ ਬਾਅਦ ਸੋ ਫੰਡਾਮੈਂਟਲ ਡਿਊਟੀਜ਼ ਦੀ ਸੁਜੈਸ਼ਨ ਮਿਲੀ ਸੀਗੀ ਬਾਏ ਸਵਰਤ ਸਿੰਘ ਕਮੇਟੀ। ਸੋ PM ਡਿਊਰਿੰਗ 42nd ਅਮੈਂਡਮੈਂਟ ਸੀਗੀ ਇੰਦਰਾ ਗਾਂਧੀ। ਅਤੇ ਸੋ ਇਨੀਸ਼ੀਅਲੀ ਜਦੋਂ ਫੰਡਾਮੈਂਟਲ ਡਿਊਟੀਜ਼ ਦੀ ਫੋਰਮੇਸ਼ਨ ਹੋਈ ਸੀਗੀ ਉਸ ਟਾਈਮ 'ਤੇ 10 ਫੰਡਾਮੈਂਟਲ ਡਿਊਟੀਜ਼ ਸੀਗੀਆਂ ਅਤੇ ਐਟ ਪ੍ਰੈਜ਼ੈਂਟ ਸਾਡੇ ਕੋਲ 11 ਫੰਡਾਮੈਂਟਲ ਡਿਊਟੀਜ਼ ਨੇ ਸਾਡੀ ਕੌਂਸਟੀਟਿਊਸ਼ਨ ਦੇ ਵਿੱਚ। ਸੋ ਆਪਾਂ ਇੱਕ ਵਾਰੀ ਆਪਣੇ 11 ਫੰਡਾਮੈਂਟਲ ਡਿਊਟੀਜ਼ ਨੂੰ ਰੀਡ ਕਰ ਲੈਂਦੇ ਹਾਂ। ਅਬਾਈਡ ਬਾਈ ਦ ਕੌਂਸਟੀਟਿਊਸ਼ਨ ਐਂਡ ਰਿਸਪੈਕਟ ਨੈਸ਼ਨਲ ਫਲੈਗ ਐਂਡ ਨੈਸ਼ਨਲ ਐਂਥਮ। Follow ideas of freedom struggle, protect the sovereignty and integrity of India, defend the country and render national service when called upon, developing the spirit of common brotherhood, preserve composite culture of the country, preserve natural environment, develop temper and humanity, safeguard public property and avoid violence, strive from excellence in all sphere of life, duty of all parents, guardians to spend their children in the age group of 6 to 14 year to school. So these are 11 fundamental duties. So that is it for today. ਆਪਾਂ next articles ਨੂੰ part 5 ਨੂੰ next part ਦੇ ਵਿੱਚ ਸ਼ੁਰੂ ਕਰਦੇ ਹਾਂ। So that is it for today. Thank you so much.